ਅੱਜ ਗੱਲ ਕਰਾਂਗੇ ਦੋ ਪਰਿਵਾਰਾਂ ਦੀ ਜਿਨ੍ਹਾਂ ਦਾ ਆਪਸ ਵਿੱਚ ਬੜਾ ਮੇਲ ਜੋਲ ਸੀ। ਇੱਕੋ ਹੀ ਮੁਹੱਲੇ ਵਿੱਚ ਰਹਿੰਦੇ ਸੀ ਔਰ ਦੋਨੇ ਬੰਦੇ ਇੱਕੋ ਹੀ ਜਗ੍ਹਾ ਕੰਮ ਕਰਦੇ ਸੀ ਔਰ ਜਿਹੜੀ ਕਮਾਈ ਹੈ ਉਹ ਵੀ ਉਹਨਾਂ ਦੀ ਅੱਛੀ ਖਾਸੀ ਸੀ। ਜੇ ਆਪਾਂ ਇੱਕ ਪਰਿਵਾਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੋ ਲੜਕੀਆਂ ਸੀ ਔਰ ਦੋਨੇ ਹੀ ਪੜ੍ਹਨ 'ਚ ਠੀਕ ਠਾਕ ਸੀ। ਔਰ ਵੱਡੀ ਜਿਹੜੀ ਲੜਕੀ ਹੈ ਉਹ ਪੜ੍ਹਾਈ ਦੇ ਨਾਲ ਨਾਲ ਟਿਊਸ਼ਨਸ ਵਗੈਰਾ ਵੀ ਕਰਦੀ ਸੀ ਔਰ ਉਸ ਨੂੰ ਵੀ ਅੱਛੀ ਖਾਸੀ ਕਮਾਈ ਸੀ। ਜੇ ਆਪਾਂ ਦੂਸਰੇ ਪਰਿਵਾਰ ਦੀ ਗੱਲ ਕਰੀਏ, ਉਹਨਾਂ ਦੇ ਘਰ 'ਚ ਇੱਕ ਵੱਡਾ ਲੜਕਾ, ਫਿਰ ਲੜਕੀ ਅਤੇ ਇੱਕ ਛੋਟਾ ਲੜਕਾ ਸੀ ਔਰ ਦੋਨਾਂ ਪਰਿਵਾਰਾਂ ਦਾ ਆਪਸ 'ਚ ਮੇਲ ਜੋਲ ਬਹੁਤ ਹੀ ਅੱਛਾ ਸੀ। ਕੋਈ ਵੀ ਡਿਸ਼ ਬਣਾਉਣੀ, ਕੋਈ ਵੀ ਚੀਜ਼ ਦੋਨਾਂ ਪਰਿਵਾਰਾਂ 'ਚੋਂ ਬਣਨੀ ਤਾਂ ਇੱਕ ਦੂਸਰੇ ਦੇ ਘਰ ਉਹ ਦੇ ਕੇ ਆਉਂਦੇ ਸੀ ਔਰ ਘੰਟੇ ਘੰਟੇ ਜਨਾਨੀਆਂ ਇੱਕ ਦੂਸਰੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੀਆਂ ਸੀ ਔਰ ਬੰਦੇ ਆਪਸ ਮਿਲਦੇ ਸੀ, ਤਾਸ਼ ਵਗੈਰਾ ਖੇਲਦੇ ਸੀਗੇ ਔਰ ਉਹਨਾਂ ਦਾ ਆਪਸ 'ਚ ਗਲਾਸ ਵੀ ਸਾਂਝਾ ਹੁੰਦਾ ਸੀ। ਸੋ ਇਸੇ ਤਰੀਕੇ ਨਾਲ ਚੱਲਦਾ ਰਿਹਾ ਔਰ ਇੱਕ ਬੜਾ ਪਵਿੱਤਰ ਤਿਉਹਾਰ ਹੁੰਦਾ ਹੈ ਰੱਖੜੀ ਦਾ। ਔਰ ਰੱਖੜੀ ਵਾਲੇ ਦਿਨ ਉਹ ਜਿਹੜੀ ਵੱਡੀ ਲੜਕੀ ਹੈ ਉਹ ਦੋਨੇ ਲੜਕਿਆਂ ਦੇ ਰੱਖੜੀ ਬੰਨ੍ਹਦੀ ਆ ਰਹੀ ਸੀ ਔਰ ਕਈ ਸਾਲ ਇਸੇ ਤਰੀਕੇ ਨਾਲ ਚੱਲਦਾ ਰਿਹਾ ਔਰ ਲੜਕਿਆਂ ਦੀ ਵੀ ਪੜ੍ਹਾਈ ਪੂਰੀ ਹੋ ਗਈ। ਪੜ੍ਹਾਈ 'ਚ ਬਹੁਤ ਦੋਨੋਂ ਵਧੀਆ ਨਹੀਂ ਸੀ, ਲੇਕਿਨ ਜਿਹੜਾ ਫਾਦਰ ਸੀ ਉਹਨਾਂ ਦਾ ਲੜਕਿਆਂ ਦਾ ਉਹ ਸਰਕਾਰੀ ਮੁਲਾਜ਼ਮ ਸੀ ਔਰ ਮਾਤਾ ਵੱਲੋਂ ਇਹੀ ਕੋਸ਼ਿਸ਼ ਸੀ ਉਹਨਾਂ ਦੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਬੱਚਿਆਂ ਨੂੰ ਵੀ ਗੌਰਮੈਂਟ ਜੋਬਸ ਵਿੱਚ ਅੜਾਇਆ ਜਾਵੇ। ਚਲੋ ਕੋਸ਼ਿਸ਼ਾਂ ਜਾਰੀ ਰਹੀਆਂ ਔਰ ਉਸ ਲੜਕੇ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ। ਫਿਰ ਉਸ ਤੋਂ ਬਾਅਦ ਕਹਾਣੀ 'ਚ ਟਵਿਸਟ ਆਉਂਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਬੜੇ ਅੱਛੇ ਦੋਨੇ ਪਰਿਵਾਰਾਂ ਦੇ ਰਿਲੇਸ਼ਨ ਸੀ, ਇੱਕ ਦੂਸਰੇ ਨਾਲ ਬੜੀ ਅੱਛੀ ਬੈਠਣੀ ਉੱਠਣੀ ਸੀ ਔਰ ਵੱਡੀ ਲੜਕੀ ਜਿਹੜੀ ਹੈ ਉਹ ਦੋਨੇ ਲੜਕਿਆਂ ਦੇ ਰੱਖੜੀ ਬੰਨ੍ਹਦੀ ਸੀ। ਬਲੱਡ ਰਿਲੇਸ਼ਨ ਨਹੀਂ ਸੀ, ਲੇਕਿਨ ਇੱਕ ਵਿਸ਼ਵਾਸ ਦਾ ਜਿਹੜਾ ਉਹ ਰਿਸ਼ਤਾ ਸੀ। ਇੱਕ ਦਿਨ ਪੂਰਾ ਧਮਾਕਾ ਹੋ ਜਾਂਦਾ ਹੈ ਜਦੋਂ ਇਹ ਪਤਾ ਲੱਗਦਾ ਹੈ ਕਿ ਲੜਕਾ ਆਪਣੇ ਘਰੋਂ ਚਲਾ ਜਾਂਦਾ ਹੈ ਔਰ ਅਗਲੇ ਦਿਨ ਸਵੇਰੇ ਉਹ ਵਾਪਸ ਮੁੜਦਾ ਹੈ ਤਾਂ ਉਸ ਲੜਕੀ ਨਾਲ ਉਹ ਲੜਕਾ ਵਿਆਹ ਕਰਕੇ ਹੀ ਵਾਪਸ ਆਉਂਦਾ ਹੈ ਔਰ ਸਾਰੇ ਮੁਹੱਲੇ 'ਚ ਰੌਲਾ ਪੈ ਜਾਂਦਾ ਹੈ ਕਿ ਫਲਾਣੇ ਦੇ ਲੜਕੇ ਨੇ ਉਸ ਕੁੜੀ ਨਾਲ ਵਿਆਹ ਕਰ ਲਿਆ। ਲੇਕਿਨ ਗੱਲ ਇਹ ਛਿੜਦੀ ਹੈ ਕਿ ਉਹ ਤਾਂ ਇਸ ਲੜਕੇ ਦੇ ਰੱਖੜੀ ਬੰਨ੍ਹਦੀ ਸੀ, ਛੋਟੇ ਭਰਾ ਦੇ ਵੀ ਬਣਦੀ ਸੀ ਉਹਦੇ। ਫਿਰ ਇਹ ਕਿਸ ਤਰ੍ਹਾਂ ਪੋਸੀਬਲ ਹੋਇਆ? ਹੁਣ ਪੋਸੀਬਲ ਦੇਖੋ ਕਿਸ ਤਰ੍ਹਾਂ ਹੋਇਆ। ਉਹ ਜਿਹੜਾ ਪਰਿਵਾਰ ਸੀ ਉਹਨਾਂ ਦੇ ਦੋ ਲੜਕੀਆਂ ਸੀ, ਉਹ ਵੀ ਸਰਕਾਰੀ ਨੌਕਰ ਸੀ ਬੰਦਾ। ਉਹ ਵੀ ਚਾਹੁੰਦਾ ਸੀ ਕਿ ਮੇਰੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਦਾ ਵਿਆਹ ਵੀ ਸਰਕਾਰੀ ਮੁਲਾਜ਼ਮ ਨਾਲ ਹੀ ਹੋਵੇ। ਉਸ ਮੁੰਡੇ ਦੇ ਨੌਕਰੀ ਮਿਲਣ ਦੇ ਨਾਲ ਹੀ ਉਹਨਾਂ ਨੇ ਪੈਂਤਰਾ ਬਦਲਤਾ। ਉਹ ਲੜਕੇ ਨੂੰ ਆਪਣੇ ਘਰ ਬੁਲਾਉਣ ਲੱਗ ਗਏ, ਰੋਟੀ ਪਾਣੀ ਖਿਲਾਉਣ ਲੱਗ ਗਏ ਔਰ ਲੜਕੀ ਨੂੰ ਉਹਦੇ ਨੇੜੇ ਨੇੜੇ ਕਰਦੇ ਰਹੇ ਅਤੇ ਉਹ ਆਪਸ 'ਚ ਬਹੁਤ ਨਜ਼ਦੀਕ ਆ ਗਏ। ਸਰੀਰਕ ਸੰਬੰਧ ਆਪਸ 'ਚ ਉਹਨਾਂ ਦਾ ਨਹੀਂ ਸਥਾਪਿਤ ਹੋਇਆ ਸੀ, ਲੇਕਿਨ ਰੋਮਾਂਸ ਵਗੈਰਾ ਉਹ ਆਪਸ 'ਚ ਕਰਦੇ ਰਹੇ। ਔਰ ਤੁਹਾਨੂੰ ਦੱਸ ਦਈਏ ਕਿ ਉਹ ਜਿਹੜੀ ਲੜਕੀ ਹੈ ਉਹ ਸਾਹ ਦੀ ਮਰੀਜ਼ ਸੀ, ਦਮੇ ਦੀ ਮਰੀਜ਼ ਸੀ, ਲੇਕਿਨ ਲੜਕੇ ਨੂੰ ਕੁਛ ਨਜ਼ਰ ਨਹੀਂ ਆਇਆ। ਜੇ ਆਪਾਂ ਗੱਲ ਕਰੀਏ ਲੜਕੀ ਦੇ ਘਰ ਵਾਲਿਆਂ ਦੀ, ਉਹਨਾਂ ਨੇ ਬੜੀ ਵਧੀਆ ਸਕੀਮ ਵਰਤੀ ਕਿ ਜੇ ਅਸੀਂ ਇਸ ਤਰ੍ਹਾਂ ਹੀ ਵਿਆਹ ਕਰ ਲੈਂਦੇ ਹਾਂ ਫਿਰ ਤਾਂ ਸਮੱਸਿਆਵਾਂ ਆ ਜਾਣਗੀਆਂ। ਉਹਨਾਂ ਨੇ ਥਰੂ ਕੋਰਟ ਜਿਹੜੀ ਹੈ ਪਹਿਲਾਂ ਮੈਰਿਜ ਕੀਤੀ, ਜਿੰਨਾ ਵੀ ਸਮਾਂ ਲੱਗਿਆ ਉਹਨਾਂ ਨੂੰ, ਅਤੇ ਜਦੋਂ ਸਰਟੀਫਿਕੇਟ ਹੱਥ 'ਚ ਆਇਆ ਤਾਂ ਕਿਸੇ ਬਾਹਰ ਜਗ੍ਹਾ 'ਚ ਜਾ ਕੇ ਉਹਨਾਂ ਦੀ ਮੈਰਿਜ ਕਰਵਾ ਦਿੱਤੀ ਗਈ। ਹੁਣ ਲੜਕੇ ਦੇ ਘਰ ਜਿਹੜਾ ਹੈ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ। ਵਿਆਹ ਵੇਲੇ ਕਿੱਥੇ ਤਾਂ ਘੋੜੀਆਂ ਗਾਈ ਜਾਂਦੀਆਂ, ਗੀਤ ਗਾਏ ਜਾਂਦੇ ਆ, ਲੋਕਾਂ ਨੂੰ ਬੁਲਾਇਆ ਜਾਂਦਾ, ਲੇਕਿਨ ਉਹਨਾਂ ਦੇ ਘਰ ਮਾਤਮ ਪਸਰਿਆ ਹੋਇਆ ਸੀ ਕਿ ਇਹ ਕੀ ਹੋ ਗਿਆ। ਲੜਕੇ ਦੀ ਜਿਹੜੀ ਮਾਂ ਹੈ ਬਹੁਤ ਲੜਕੀ ਵਾਲਿਆਂ ਦੇ ਘਰ ਬੋਲ ਕੇ ਆਈ, ਬਹੁਤ ਕੁਝ ਹੋਇਆ, ਲੇਕਿਨ ਉਹ ਚੁੱਪਚਾਪ ਰਹੇ ਕਿਉਂਕਿ ਵਿਆਹ ਹੋ ਚੁੱਕਿਆ ਸੀ, ਹੁਣ ਕੁਛ ਨਹੀਂ ਸੀ ਹੋ ਸਕਦਾ। ਔਰ ਬਾਕੀ ਸਾਰੇ ਮੁਹੱਲੇ ਵਾਲਿਆਂ ਨੇ ਵਿੱਚ ਪੈ ਕੇ ਘਰਦਿਆਂ ਨੂੰ ਸਮਝਾਇਆ ਕਿ ਦੇਖੋ ਜੀ ਹੁਣ ਤਾਂ ਵਿਆਹ ਹੋ ਚੁੱਕਿਆ ਹੈ ਔਰ ਹੁਣ ਕੁਛ ਨਹੀਂ ਹੋ ਸਕਦਾ। ਫਿਰ ਉਸ ਤੋਂ ਬਾਅਦ ਇੱਕ ਰਿਸੈਪਸ਼ਨ ਪਾਰਟੀ ਦਿੱਤੀ ਜਾਂਦੀ ਹੈ ਔਰ ਲੜਕੇ ਵਾਲਿਆਂ ਵੱਲੋਂ ਉਸ ਰਿਸੈਪਸ਼ਨ ਪਾਰਟੀ 'ਤੇ 5 ਰੁਪਏ ਵੀ ਨਹੀਂ ਖਰਚੇ ਜਾਂਦੇ। ਸਾਰਾ ਖਰਚਾ ਲੜਕੀ ਵਾਲੇ ਆਪਣੇ ਕੋਲੋਂ ਕਰਦੇ ਨੇ। ਕਿਸੇ ਨੂੰ ਕੋਈ ਮਿਠਾਈ ਜਾਂ ਕੁਛ ਵੀ ਲੜਕੇ ਵਾਲਿਆਂ ਵੱਲੋਂ ਨਹੀਂ ਦਿੱਤਾ ਜਾਂਦਾ। ਲੇਕਿਨ ਲੜਕੇ ਦੀ ਮਾਂ ਹੁਣ ਤੱਕ
ਉਸ ਨੂੰ ਕੋਸਦੀ ਹੈ ਕਿ ਜੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਦੀ, ਤੂੰ ਸਰਕਾਰੀ ਨੌਕਰ ਹੈ, ਸਾਨੂੰ ਦਾਜ ਮਿਲ ਜਾਂਦਾ, ਸਾਨੂੰ ਇਹ ਮਿਲ ਜਾਂਦਾ, ਸਾਨੂੰ ਉਹ ਮਿਲ ਜਾਂਦਾ। ਖੈਰ ਗੱਲ ਇਸ ਚੀਜ਼ ਦੀ ਨਹੀਂ ਹੈ, ਗੱਲ ਹੈ ਕਿ ਲੜਕੀ ਨੇ, ਲੜਕੇ ਨੇ ਔਰ ਲੜਕੀ ਦਾ ਜਿਹੜਾ ਪਰਿਵਾਰ ਹੈ ਉਸਨੇ ਉਸ ਰਿਸ਼ਤੇ ਦੀ ਗਰਿਮਾ ਨਹੀਂ ਰੱਖੀ, ਸਿਰਫ ਇਸ ਲਾਲਚ ਨੂੰ ਕਿ ਜਿਹਦੇ ਉਹ ਰੱਖੜੀ ਬੰਨ੍ਹਦੀ ਸੀ ਹੁਣ ਉਹ ਸਰਕਾਰੀ ਨੌਕਰ ਹੋ ਗਿਆ ਅਤੇ ਉਸ ਨੂੰ ਆਪਣੇ ਚੁੰਗਲ 'ਚ ਫਸਾ ਲਓ। ਔਰ ਉੱਤੋਂ ਉਹਨਾਂ ਦੀ ਜਿਹੜੀ ਲੜਕੀ ਹੈ ਉਹ ਦਮੇ ਦੀ ਮਰੀਜ਼ ਹੈ। ਇਸੇ ਕਰਕੇ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ, ਵਿਸ਼ਵਾਸ ਸਭ 'ਤੇ ਕਰੋ ਲੇਕਿਨ ਅੰਧ ਵਿਸ਼ਵਾਸ ਕਦੀ ਕਿਸੇ 'ਤੇ ਨਾ ਕਰੋ। ਇਹੋ ਜਿਹੇ ਹੋਰ ਵੀ ਬਹੁਤ ਕੇਸ ਹੋਏ ਨੇ, ਆਉਣ ਵਾਲੇ ਟਾਈਮ 'ਚ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ, ਲੇਕਿਨ ਬਹੁਤ ਸਤਰਕ ਰਹਿਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਲੜਕੇ ਦੇ ਘਰ ਵਾਲੇ ਨੇ ਉਸ ਨੂੰ, ਲੜਕੇ ਨੂੰ ਬੜੀ ਖੁੱਲ੍ਹ ਦਿੱਤੀ ਹੋਈ ਸੀ, ਜਿਹਦਾ ਜਿਹੜਾ ਹੈ ਕਿ ਨੁਕਸਾਨ ਤਾਂ ਸ਼ਾਇਦ ਨਹੀਂ ਹੋਇਆ, ਉਹਨਾਂ ਦੀ ਮੈਰਿਜ ਹੀ ਹੋਈ ਹੈ, ਲੇਕਿਨ ਕਿਤੇ ਨਾ ਕਿਤੇ ਜਿਹੜਾ ਉਹ ਰਿਸ਼ਤਾ ਸਟੈਬਲਿਸ਼ ਕੀਤਾ ਸੀ ਉਹਨਾਂ ਨੇ ਭੈਣ ਭਰਾ ਦਾ, ਉਹਨੂੰ ਦੇਖਦੇ ਹੋਏ ਲੋਕਾਂ ਨੂੰ ਜਿਹੜੀ ਇਹ ਗੱਲ ਨਹੀਂ ਜਚੀ। ਖੈਰ ਛੋਟੀ ਜੀ ਸੀ ਇਹ ਕਹਾਣੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਔਰ ਹਮੇਸ਼ਾ ਖੁਸ਼ ਰਹੋ, ਸਵਸਥ ਰਹੋ ਤੇ ਦੇਖਦੇ ਰਹੋ A1 ਪੰਜਾਬੀ TV। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।